ਹੈਲੋ ਸਟੂਡੈਂਟਸ, ਅੱਜ ਅਸੀਂ ਕਰਨ ਜਾ ਰਹੇ ਹਾਂ ਗਣਿਤ 10ਵੀਂ ਕਲਾਸ ਪੰਜਾਬੀ ਮੀਡੀਅਮ ਦੀ ਵਾਸਤਵਿਕ ਸੰਖਿਆਵਾਂ ਦੀ ਐਕਸਰਸਾਈਜ਼ ਪਹਿਲੀ 1.1। ਹੇਠਾਂ ਦਿੱਤੀਆਂ ਸੰਖਿਆਵਾਂ ਦਾ ਮਹੱਤਵ ਸਮਾਪ ਵਰਤਕ ਮੀਨਸ ਜਿਹਨੂੰ ਅਸੀਂ ਇੰਗਲਿਸ਼ ਵਿੱਚ ਹਾਈਐਸਟ ਕਾਮਨ ਫੈਕਟਰ ਕਹਿੰਦੇ ਆ ਪਤਾ ਕਰਨ ਲਈ ਯੂਕਲਿਡ ਵੰਡ ਐਲਗੋਰਿਦਮ ਦਾ ਪ੍ਰਯੋਗ ਕਰੋ। ਹੁਣ ਸਾਡੇ ਕੋਲ ਜਿਹੜੀ ਵੈਲਿਊ ਦਿੱਤੀ ਹੋਈ ਆ ਉਹ ਆ 135 ਅਤੇ 225। ਯੂਕਲਿਡ ਵੰਡ ਐਲਗੋਰਿਦਮ ਦਾ ਪ੍ਰਯੋਗ ਕਰਦੇ ਹੋਏ ਅਸੀਂ ਕੀ ਆ ਇਹਦਾ ਹਾਈਐਸਟ ਕਾਮਨ ਫੈਕਟਰ ਮੀਨਸ ਮਹੱਤਵ ਸਮਾਪ ਵਰਤਕ ਪਤਾ ਕਰਨਾ ਹੈ। Now let us start. Euclid wand algorithm. Euclid wand algorithm ਕੀ ਆ? We already know A equal to BQ plus R। A ਸਾਡਾ ਭਾਜ, Q ਸਾਡਾ ਭਾਗਫਲ, B ਭਾਜਕ, R ਕੀ ਹੁੰਦਾ ਸਾਡੇ ਕੋਲੇ ਬਾਕੀ ਹੁੰਦਾ। ਨਾਓ ਇਹਦੇ ਵਿੱਚੋਂ ਦੇਖੋ ਤੁਸੀਂ 225 ਆ ਉਹ ਕੀ ਆ 135 ਦੇ ਨਾਲੋਂ ਕੀ ਆ ਵੱਡਾ ਵਾ। ਵੱਡੀ ਵੈਲਿਊ ਸਾਡੀ ਭਾਜ ਆ, ਦੂਸਰੀ ਛੋਟੀ ਵੈਲਿਊ ਸਾਡੀ ਕੀ ਆ ਭਾਜਕ ਆ। ਨਾਓ 225 ਨੂੰ ਅਸੀਂ ਵਿੱਚ ਰੱਖ ਲਿਆ, 135 ਦੇ ਨਾਲ ਕੀ ਕਰਾਂਗੇ ਭਾਗ ਕਰਾਂਗੇ। ਹੁਣ ਇਹ ਕਿੰਨੇ ਤੇ ਜਾਏਗਾ? ਅਗਰ 2 ਤੇ ਕਰਾਂਗੇ ਤਾਂ ਇਹ ਵੱਧ ਜਾਏਗਾ। ਦੈਟ ਮੀਨਸ ਇਹ 1 ਤੇ ਗਿਆ 135। 5 ਵਿੱਚੋਂ 5 ਕੱਢੇ 0, ਇੱਥੇ ਹੱਸ ਲਿਆ। 12 ਵਿੱਚੋਂ 3 ਕੱਢੇ 9 3 12, 1 ਚੋਂ 1 ਘਟਾਇਆ 0। ਹੁਣ ਸੈਕੰਡ ਸਟੈਪ ਇਹ ਸਾਡਾ ਸੀਗਾ ਪਗ ਨੰਬਰ 1। ਇੱਥੇ ਅਸੀਂ ਪਗ 1 ਲਿਖ ਲਿਆ। ਦੈਟ ਮੀਨਸ ਜਿਹੜਾ 225 ਸੀ ਉਹ ਸਾਡੇ ਕੋਲ ਕਿੰਨਾ ਆਇਆ 135 ਮੀਨਸ B ਸਾਡੇ ਕੋਲ 135 ਆ, Q ਭਾਗਫਲ 1, ਬਾਕੀ ਸਾਡੇ ਕੋਲ ਕਿੰਨਾ ਆ ਗਿਆ 90। ਇੱਦਾਂ ਤੁਸੀਂ ਲਿਖ ਲੈਣਾ। ਹੁਣ ਭਾਗ ਨੰਬਰ 2 ਭਾਗ ਦੇ ਵਿੱਚ ਜੋ ਸਾਡਾ ਭਾਜਕ ਆ ਉਹਨੂੰ ਅਸੀਂ ਵਿੱਚ ਰੱਖ ਲੈਣਾ, ਬਾਕੀ ਦੇ ਨਾਲ ਅਸੀਂ ਕੀ ਕਰਨਾ ਭਾਗ ਕਰ ਦੇਣਾ। ਤਾਂ 135 ਜੋ ਭਾਜਕ ਹੈ ਉਹਨੂੰ ਅਸੀਂ ਵਿੱਚ ਰੱਖ ਲਿਆ। ਹੁਣ ਅਗਰ 2 ਤੇ ਕਰਾਂਗੇ ਤਾਂ ਵੱਧ ਜਾਏਗਾ, ਇਹ ਫਿਰ 1 ਤੇ ਜਾਏਗਾ। 5 13 ਵਿੱਚੋਂ 9 ਕੱਢੇ, ਇਧਰ ਹਾਸਲ ਆ ਗਿਆ 9 4 13 45 ਆ ਗਿਆ। ਤਾਂ ਭਾਗ 2 ਦੇ ਵਿੱਚ 135 ਬਰਾਬਰ 90 ਭਾਜਕ ਗੁਣਾ 1 ਜਮਾ ਬਾਕੀ ਕਿੰਨਾ ਆ ਗਿਆ ਸਾਡੇ ਕੋਲੇ 45। ਐਂਡ ਇਸੇ ਹੀ ਅਸੀਂ ਪ੍ਰੋਸੈਸ ਨੂੰ ਅੱਗੇ ਪ੍ਰੋਸੀਡਿੰਗ ਕਰ ਰਹੇ ਹਾਂ। ਭਾਗ ਨੰਬਰ 3 ਭਾਗ ਆ ਗਿਆ ਸਾਡੇ ਕੋਲੇ 3। 45 ਨਾਲ ਭਾਗ ਕਰਾਂਗੇ ਕਿਹਨੂੰ 90 ਨੂੰ। 45 ਗੁਣਾ 90। ਹੁਣ ਭਾਗ 3 ਦੇ ਵਿੱਚ 90 ਬਰਾਬਰ 45 ਗੁਣਾ 2 ਜਮਾ 0। ਹੁਣ ਜਦੋਂ ਯੂਕਲਿਡ ਐਲਗੋਰਿਦਮ ਦੇ ਵਿੱਚ ਸਾਡੇ ਕੋਲੇ ਬਾਕੀ 0 ਬਚ ਜਾਂਦੀ ਆ ਤਾਂ ਉੱਥੇ ਜਾ ਕੇ ਅਸੀਂ ਕੀ ਆ ਇਹਦਾ ਪ੍ਰੋਸੈਸ ਸਾਡਾ ਕੀ ਆ ਖਤਮ ਹੋ ਜਾਂਦਾ। ਤਾਂ ਜੋ ਭਾਜਕ ਆ 45 ਇਹ ਕੀ ਹੋਊਗਾ ਮਹੱਤਵ ਸਮਾਵਰਤਕ। That means highest
ਕਾਮਨ ਫੈਕਟਰ ਕਿਹਦਾ 135 ਅਤੇ 225 ਦਾ। ਤਾਂ ਅਸੀਂ ਲਿਖਾਂਗੇ ਮਹੱਤਵ ਸਮਾਪ ਵਰਤਕ ਸਾਡੇ ਕੋਲ ਕਿੰਨਾ ਆ ਗਿਆ 45 ਸਾਡਾ ਕੀ ਆ ਗਿਆ ਉੱਤਰ ਆ ਗਿਆ। ਇਹ ਸੀਗੀ ਸਾਡਾ ਹਾਈਐਸਟ ਕਾਮਨ ਫੈਕਟਰ ਫਾਈਂਡ ਕਰਨ ਦਾ ਤਰੀਕਾ ਕਿਹਦੇ ਨਾਲ ਯੂਕਲਿਡ ਵੰਡ ਐਲਗੋਰਿਥਮ। ਉਹਦੇ ਨਾਲ ਕੀ ਅਸੀਂ ਜੋ ਸਾਡੇ ਕੋਲ ਵੱਡੀ ਵੈਲਿਊ ਹੋਏਗੀ ਉਹ ਤੁਸੀਂ ਵਿੱਚ ਰੱਖ ਲੈਣੀ ਹੈ, ਦੈਟ ਮੀਨ ਸਾਡਾ ਭਾਜ ਆ, ਤੇ ਜੋ ਛੋਟੀ ਵੈਲਿਊ ਆ ਉਹਦੇ ਨਾਲ ਅਸੀਂ ਭਾਗ ਕਰਾਂਗੇ, ਭਾਜ ਕਹਿ ਗਿਆ ਸਾਡਾ 135। ਇਸੇ ਤਰ੍ਹਾਂ ਅਸੀਂ ਸਟੈਪ ਬਾਏ ਸਟੈਪ ਅੱਗੇ ਵਧਦੇ ਜਾਵਾਂਗੇ। ਜੋ ਬਾਕੀ ਆ ਗਿਆ ਸਾਡੇ ਕੋਲ ਪਹਿਲੇ ਸਟੈਪ ਦੇ ਵਿੱਚ ਉਹਨੂੰ ਬਾਹਰ ਰੱਖਣਾ, ਜੋ ਸਾਡਾ ਭਾਜਕ ਸੀ ਉਹਨੂੰ ਵਿੱਚ ਰੱਖ ਲੈਣਾ, ਫਿਰ ਡਿਵਾਈਡ ਕਰਨਾ। ਉਸ ਤੋਂ ਬਾਅਦ ਜੋ ਬਾਕੀ ਬਚਿਆ ਸੀ 45 90 ਅਸੀਂ ਵਿੱਚ ਰੱਖਣਾ, 45 ਦੇ ਭਾਗ ਕੀਤਾ ਤਾਂ ਸਾਡੇ ਕੋਲੇ 2 ਤੇ ਗਿਆ ਹੈ, 45 ਦੂਣਾ 90। ਜਦੋਂ ਸਾਡੇ ਕੋਲੇ ਜਿਹੜਾ ਰਿਮਾਈਂਡਰ ਆ ਮੀਨਸ ਬਾਕੀ ਸਾਡੇ ਕੋਲੇ 0 ਆ ਜਾਏਗਾ, ਉੱਥੇ ਅਸੀਂ ਇਹ ਪ੍ਰੋਸੈਸ ਸਾਡਾ ਰੁਕ ਜਾਣਾ ਵਾ। ਤਾਂ 45 ਸਾਡੇ ਕੋਲੇ ਕੀ ਆ ਜਾਊਗਾ ਮਹੱਤਵ ਸਮਾਵਰਤਕ ਕਿਹਦਾ 135 ਅਤੇ 225। ਸਟੂਡੈਂਟਸ ਨੈਕਸਟ ਸਮ ਯੂਕਲਿਡ ਵੰਡ ਪ੍ਰਮੇय ਦਾ ਪ੍ਰਯੋਗ ਕਰਕੇ ਦਿਖਾਓ ਕਿ ਕਿਸੇ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਸੇ ਸੰਪੂਰਨ ਸੰਖਿਆ m ਦੇ ਲਈ 3m ਜਾਂ 3m ਜਮਾ 1 ਦੇ ਰੂਪ ਵਿੱਚ ਹੁੰਦਾ ਹੈ। ਫਸਟ ਆਫ ਆਲ ਅਸੀਂ ਇਸ ਸਟੇਟਮੈਂਟ ਨੂੰ ਸਮਝਦੇ ਹਾਂ ਕਿ ਸਾਨੂੰ ਸਟੇਟਮੈਂਟ ਦੇ ਵਿੱਚ ਉਸਨੇ ਕੀ ਦੱਸਿਆ ਹੈ। ਸਟੇਟਮੈਂਟ ਦੇ ਵਿੱਚ ਅਸੀਂ ਯੂਕਲਿਡ ਵੰਡ ਪ੍ਰਮੇय ਦਾ ਪ੍ਰਯੋਗ ਕਰਕੇ ਇਹ ਸਿੱਧ ਕਰਨਾ ਕੋਈ ਸਾਡੇ ਕੋਲੇ ਧਨਾਤਮਕ ਸੰਪੂਰਨ ਸੰਖਿਆ ਵਾ, ਉਹਦਾ ਅਸੀਂ ਕੀ ਕਰ ਰਹੇ ਹਾਂ ਵਰਗ ਕਰ ਰਹੇ ਹਾਂ। ਕੀ ਕਰ ਰਹੇ ਹਾਂ ਵਰਗ ਕਰ ਰਹੇ ਹਾਂ। ਜਿਹੜਾ ਵਰਗ ਆਊਗਾ ਕਿਸੇ ਸੰਪੂਰਨ ਸੰਖਿਆ m, ਕਿਸੇ ਸੰਪੂਰਨ ਸੰਖਿਆ m ਆ ਗਈ ਸਪੋਜ਼ ਕਰੋ ਸਾਡੇ ਕੋਲੇ ਦੇ ਲਈ 3m ਜਾਂ 3m ਜਮਾ 1 ਦੇ ਰੂਪ ਵਿੱਚ ਹੁੰਦਾ ਹੈ। ਯਾਨੀ ਕਿ ਵਰਗ ਕਰਨ ਤੋਂ ਬਾਅਦ ਜਿਹੜੀ ਸਾਡੇ ਕੋਲੇ ਵੈਲਿਊ ਆਊਗੀ ਉਹਨੂੰ ਅਸੀਂ ਇਸ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਵੇਂ ਲਿਖ ਸਕਾਂਗੇ 3 ਨੂੰ m ਨਾਲ ਗੁਣਾ ਕਰਕੇ ਜਾਂ 3m ਨੂੰ m ਨਾਲ ਗੁਣਾ ਕਰਕੇ ਪਲੱਸ 1 ਜਮਾ 1 ਉਸ ਰੂਪ ਦੇ ਵਿੱਚ ਕੀ ਆ ਸਾਡੇ ਕੋਲੇ ਆਨਸਰ ਆਵੇਗਾ ਜਾਂ ਹੋਵੇਗਾ। ਤਾਂ ਅਸੀਂ ਹੁਣ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ। ਮੰਨ ਲਓ x ਬਰਾਬਰ 3q। ਹੁਣ ਇਹਦੇ ਵਿੱਚ ਅਸੀਂ ਮੰਨ ਕੇ ਚੱਲਾਂਗੇ x ਬਰਾਬਰ ਕੀ ਆ 3q। ਇੱਕ ਧਨਾਤਮਕ ਸੰਪੂਰਨ संख्या है। धनात्मक संपूर्ण संख्या है। असी मान लिया भी x बराबर जिहड़ा साडा ओह 3q एक धनात्मक संपूर्ण संख्या है। हुण असी इस नूं जो असी संख्या मन्नी आ इहनूं यूक्लिड वंड एल्गोरिदम तो नाल की करांगे कंपैरिजन करांगे। x दी यूक्लिड वंड एल्गोरिदम नाल तुलना करन ते तुलना कर रही हैं असी एक्स की मीनस एक्स की 3q के इक्वल
ਤਾਂ ਯੂਕਲਿਡ ਵੰਡ ਐਲਗੋਰਿਦਮ ਕੀ ਹੁੰਦਾ ਸਾਡੇ ਕੋਲੇ A ਇਕੁਅਲ ਟੂ BQ ਪਲੱਸ R। ਹੁਣ ਇੱਥੇ ਸਾਡੇ ਕੋਲੇ A ਕਿੰਨਾ ਵਾ X, ਠੀਕ ਹੈ। ਇਹਦੇ ਤੇ ਅਸੀਂ ਲਾਉਣਾ ਵਾ ਯੂਕਲਿਡ ਵੰਡ ਐਲਗੋਰਿਦਮ, ਯਾਨੀ ਕਿ X B ਕਿੰਨਾ 3 ਪਲੱਸ R। ਹੁਣ ਤੁਹਾਨੂੰ ਯਾਦ ਹੋਏਗਾ ਯੂਕਲਿਡ ਵੰਡ ਐਲਗੋਰਿਦਮ ਦੇ ਵਿੱਚ ਸਾਡੇ ਕੋਲ ਇੱਕ ਰਿਲੇਸ਼ਨਸ ਹੁੰਦਾ ਹੈ ਜਿਹੜਾ ਤੁਸੀਂ ਹਮੇਸ਼ਾ ਯਾਦ ਰੱਖਣਾ, ਜੋ R ਆ ਉਹ 0 ਜਾਂ 0 ਤੋਂ ਵੱਡਾ ਹੁੰਦਾ, ਪਰ B ਨਾਲੋਂ ਕੀ ਹੁੰਦਾ ਵਾ ਛੋਟਾ ਹੁੰਦਾ। B ਦੇ ਨਾਲੋਂ ਕੀ ਹੁੰਦਾ ਵਾ ਉਹ ਛੋਟਾ ਹੁੰਦਾ ਵਾ। R ਜੋ ਸਾਡੇ ਕੋਲ ਬਾਕੀ ਹੁੰਦਾ ਵਾ। ਹੁਣ ਇਸ ਕੇਸ ਦੇ ਵਿੱਚ B ਕਿੰਨਾ ਵਾ 3, ਤਾਂ R ਦੀਆਂ ਸੰਭਾਵਿਤ ਜਾਂ ਆਪਾਂ ਕਹਿੰਦੇ R ਸਾਡੇ ਕੋਲ ਕੀ ਆ ਬਾਕੀ ਆ, ਤਾਂ ਸੰਭਾਵਿਤ ਬਾਕੀ ਕੀ ਆਏਗਾ ਸਾਡੇ ਕੋਲ R ਕੀ ਵੈਲਿਊ ਹੋ ਸਕਦੀ ਹੈ 0 ਹੋ ਸਕਦੀ ਆ, 1 ਹੋ ਸਕਦੀ ਆ, 2 ਹੋ ਸਕਦੀ ਆ, ਪਰ 3 ਨਹੀਂ ਹੋਏਗੀ ਕਿਉਂਕਿ B ਆਲਰੇਡੀ ਕਿੰਨਾ ਵਾ 3 ਆ, R ਦੀ ਵੈਲਿਊ ਉਦੋਂ ਛੋਟੀ ਹੋਊਗੀ। ਤਾਂ ਸੰਭਾਵਿਤ ਬਾਕੀ R ਬਰਾਬਰ ਆ 0 1 2। ਹੁਣ ਜਦੋਂ R ਸਾਡੇ ਕੋਲੇ 0 ਹੋਵੇਗੀ, ਜਦੋਂ R ਬਰਾਬਰ 0 ਪਹਿਲਾ ਕੇਸ, ਤਾਂ X ਕਿੰਨਾ ਆ ਗਿਆ X ਬਰਾਬਰ ਆ ਗਿਆ ਸਾਡੇ ਕੋਲੇ 3Q ਬਿਕੋਜ਼ R ਇਜ਼ 0। ਹੁਣ ਦੋਨੋਂ ਪਾਸੇ ਵਰਗ ਕਰਨ ਤੇ, ਦੋਨੋਂ ਪਾਸੇ ਵਰਗ ਕਰਨ ਤੇ, ਦੋਨੋਂ ਪਾਸੇ ਵਰਗ ਕਰਨ ਤੇ ਸਾਡੇ ਕੋਲੇ ਕੀ ਆਏਗਾ ਦੇਖੋ x ਸਕੁਅਰ ਬਰਾਬਰ ਆ ਗਿਆ 3q ਸਕੁਅਰ। ਇਹ ਸਾਡੇ ਕੋਲੇ ਆ ਗਿਆ x ਸਕੁਅਰ ਬਰਾਬਰ ਆ ਗਿਆ 9q ਸਕੁਅਰ। ਹੁਣ ਇਹ ਤੋਂ ਬਾਅਦ ਅਸੀਂ ਕੀ ਕਰਨਾ ਆਪ ਦੇ ਵੱਲੋਂ ਇੱਕ ਐਡਜਸਟਮੈਂਟ ਕਰਨੀ ਹੈ। ਕੀ ਐਡਜਸਟਮੈਂਟ x ਸਕੁਅਰ x ਦੀ ਘਾਤ ਤੋਂ 9 ਨੂੰ ਲਿਖ ਲੈਣਾ 3 ਗੁਣਾ 3q ਸਕੁਅਰ। ਇਸ 3q ਸਕੁਅਰ ਨੂੰ ਮੈਂ m ਦਾ ਨਾਮ ਦਊਂਗਾ m1 ਦਾ, ਤਾਂ x ਸਕੁਅਰ 3m1 ਨਾ ਤੁਸੀਂ ਲਿਖਣਾ ਵਾ ਜਿੱਥੇ m1 ਬਰਾਬਰ ਕਿਹਦੇ ਆ 3q ਸਕੁਅਰ ਦੀ, ਨਾਲ ਲਿਖਣਾ ਵਾ m1 ਇੱਕ ਸੰਪੂਰਨ ਸੰਖਿਆ ਹੈ। ਕਿਹੜੀ ਸੰਖਿਆ ਵਾ ਸੰਪੂਰਨ ਸੰਖਿਆ ਹੈ, ਸੰਪੂਰਨ ਸੰਖਿਆ ਹੈ। ਇਹ ਸੀ ਸਾਡਾ ਜਦੋਂ R ਦੀ ਵੈਲਿਊ ਕਿੰਨੀ ਸੀ, R ਦੀ ਕੀਮਤ ਕਿੰਨੀ ਸੀ 0 ਸੀ 0 ਸੀ। ਹੁਣ ਆ ਜੋ ਕੇਸ ਸੈਕੰਡ, ਜਦੋਂ R ਬਰਾਬਰ ਕਿੰਨਾ ਵਾ 1, ਤਾਂ x ਕਿੰਨਾ ਆ ਜਾਏਗਾ x ਆ ਜਾਏਗਾ x ਬਰਾਬਰ 3q ਜਮਾ 1। ਫਿਰ ਉਹੀ ਸਟੈਪ ਅਸੀਂ ਅਪਲਾਈ ਕਰਾਂਗੇ, ਦੋਨੋਂ ਪਾਸੇ ਵਰਗ ਕਰਨ ਤੇ, ਦੋਨੋਂ ਪਾਸੇ ਵਰਗ ਕਰਨ ਤੇ, ਦੋਨੋਂ ਪਾਸੇ ਵਰਗ ਕਰਨ ਤੇ x ਸਕੁਅਰ ਬਰਾਬਰ 3q ਪਲੱਸ 1 ਦਾ ਸਕੁਅਰ। ਇਹ ਸਾਡੇ ਕੋਲੇ ਆ ਗਿਆ x ਸਕੁਅਰ ਬਰਾਬਰ, ਹੁਣ a ਪਲੱਸ b ਦੀ ਘਾਤ 2, ਕੀ ਫਾਰਮੂਲਾ a ਦੀ ਘਾਤ 2 ਜਮਾ b ਦੀ ਘਾਤ 2 ਜਮਾ 2ab, ਉਹ ਵਾਲਾ ਮੈਂ ਫਾਰਮੂਲਾ ਲਾਤਾ। ਤਾਂ ਇੱਥੇ ਆ ਗਿਆ 3q ਦਾ
ਘਾਤ 2 ਪਲੱਸ 1 ਦੀ ਘਾਤ 2 ਪਲੱਸ 2 ਗੁਣਾ 3q ਗੁਣਾ 1। ਇਹ ਸਾਡੇ ਕੋਲ ਆ ਗਿਆ x ਸਕੁਏਅਰ ਬਰਾਬਰ 9q ਸਕੁਏਅਰ ਜਮਾ 1 ਜਮਾ 6q। ਹੁਣ ਜਿਹੜੀਆਂ q ਵਾਲੀਆਂ ਟਰਮਾਂ ਨੇ ਇਹਨਾਂ ਨੂੰ ਇਕੱਠੇ ਲਿਖ ਲਓ। ਇਹਦਾ ਮਤਲਬ ਆ ਗਿਆ x ਦੀ ਘਾਤ 2 ਬਰਾਬਰ 9q ਦੀ ਘਾਤ 2 ਜਮਾ 6q ਜਮਾ 1। ਹੁਣ ਅਸੀਂ ਇੱਥੇ ਫਿਰ ਐਡਜਸਟਮੈਂਟ ਕਰਾਂਗੇ। ਇਹ ਆ ਗਿਆ ਸਾਡੇ ਕੋਲੇ x ਦੀ ਘਾਤ 2 ਬਰਾਬਰ ਇੱਥੋਂ 3 ਕਾਮਨ ਕੱਢਾਂਗੇ। ਆਹ ਦੋ ਟਰਮਾਂ ਚੋਂ 3 ਕਾਮਨ ਕੱਢਾਂਗੇ ਤਾਂ ਇੱਥੇ ਸਾਡੇ ਕੋਲ ਕੀ ਰਹਿ ਗਿਆ 3 ਤੀਏ 9 ਦਾ 3 ਰਹਿ ਗਿਆ ਨਾਲ q ਦੀ ਘਾਤ 2 ਇੱਥੋਂ ਕੱਢਿਆ 3 ਦੂਣੀ 6 3 ਕਾਮਨ ਕੱਢ ਲਿਆ 2 ਰਹਿ ਗਿਆ 2q ਜਮਾ 1। ਹੁਣ ਇਹਨੂੰ ਮੈਂ ਕੀ ਲਿਖੂੰਗਾ m2। ਇਹਦਾ ਮਤਲਬ ਆ ਗਿਆ x ਦੀ ਘਾਤ 2 ਜਮਾ x ਦੀ ਘਾਤ 2 ਬਰਾਬਰ 3m2 ਜਮਾ 1। ਜਿੱਥੇ ਇਹ ਤੁਸੀਂ ਲਿਖਣਾ ਜ਼ਰੂਰ ਨਾਲ, ਜਿੱਥੇ m2 ਬਰਾਬਰ 3q ਦੀ ਘਾਤ 2 ਜਮਾ 2q ਹੈ ਤੇ ਨਾਲ ਕੀ ਆ m1 ਸੰਪੂਰਨ ਸੰਖਿਆ ਹੈ। ਕਿਹੜੀ ਸੰਖਿਆ ਵਾ? ਸੰਪੂਰਨ ਸੰਖਿਆ ਹੈ। ਹੁਣ ਅਸੀਂ ਦੋ ਕੇਸਾਂ ਦੇ ਵਿੱਚ ਤਾਂ ਫਿਲਹਾਲ ਇਹ ਦੇਖਿਆ ਵਾ ਕਿ ਪਹਿਲੇ ਕੇਸ ਦੇ ਵਿੱਚ ਜਿਹੜਾ ਵਰਗ ਸੀ ਉਹ 3m1 ਤੇ ਦੂਸਰੇ ਕੇਸ ਦੇ ਵਿੱਚ ਕੀ ਸੀ x ਦੀ ਜਿਹੜਾ ਘਾਤ ਆ 2 ਯਾਨੀ ਕਿ x ਦਾ ਵਰਗ ਆ ਉਹ 3 ਨੂੰ m2 ਦੇ ਨਾਲ ਮਲਟੀਪਲਾਈ ਕਰਕੇ ਜਮਾ 1 ਆ ਰਿਹਾ। ਹੁਣ ਅਸੀਂ ਕੇਸ ਕਰਾਂਗੇ ਡਿਸਕਸ ਤੀਜਾ, ਜਦੋਂ r ਦੀ ਕੀਮਤ ਕਿੰਨੀ ਹੋਏਗੀ 2 ਹੋਏਗੀ। 2 r ਬਰਾਬਰ ਕਿੰਨਾ ਵਾ 2। ਹੁਣ ਅਸੀਂ r ਨੂੰ 2 ਲੈ ਕੇ ਚੱਲ ਰਹੇ ਹਾਂ ਤਾਂ x ਸਾਡੇ ਕੋਲੇ ਕਿੰਨੀ ਆ ਜਾਏਗੀ x ਬਰਾਬਰ 3q ਜਮਾ 2। ਅਗੇਨ ਉਹੀ ਸਟੈਪ ਅਸੀਂ ਫੋਲੋ ਕਰਾਂਗੇ ਜੋ ਅਸੀਂ ਪ੍ਰੀਵੀਅਸ ਕੀਤਾ ਸੀ। ਦੋਨੋਂ ਪਾਸੇ ਵਰਗ ਕਰਨ ਤੇ ਦੋਨੋਂ ਪਾਸੇ ਅਸੀਂ ਕੀ ਕਰ ਰਹੇ ਹਾਂ ਵਰਕ ਕਰ ਰਹੇ ਹਾਂ ਤਾਂ ਸਾਡੇ ਕੋਲੇ ਆ ਗਿਆ x ਦੀ ਘਾਤ 2 ਬਰਾਬਰ 3q ਜਮਾ 2 ਇਹਦੀ ਘਾਤ 2। ਉਹੀ ਅਸੀਂ ਫੇਰ ਫਾਰਮੂਲਾ ਲਾਵਾਂਗੇ a ਜਮਾ b ਦੀ ਘਾਤ 2 a ਸਕੁਏਅਰ ਜਮਾ b ਸਕੁਏਅਰ ਜਮਾ 2ab। x ਦੀ ਘਾਤ 2 ਬਰਾਬਰ 3q ਦੀ ਘਾਤ 2 ਜਮਾ 2 ਦੀ ਘਾਤ 2 ਜਮਾ 2 ਗੁਣਾ 3q ਗੁਣਾ 2। ਤਾਂ ਸਾਡੇ ਕੋਲ ਕੀ ਆ ਗਿਆ x ਦੀ ਘਾਤ 2 ਬਰਾਬਰ 9q ਦੀ ਘਾਤ 2 ਜਮਾ 4 ਜਮਾ 2 ਤੀਏ 6 6 ਦੂਣੀ 12q। ਹੁਣ ਅਸੀਂ q ਵਾਲੀਆਂ ਟਰਮਾਂ ਇਕੱਠੀਆਂ ਲਿਖ ਲਾਂਗੇ ਤਾਂ ਸਾਡੇ ਕੋਲ ਆ ਗਿਆ x ਦੀ ਘਾਤ 2 ਬਰਾਬਰ 9q ਦੀ ਘਾਤ 2 ਜਮਾ 12q ਜਮਾ 4। ਹੁਣ ਅਸੀਂ ਇਸ 4 ਤੇ ਇੱਕ ਐਡਜਸਟਮੈਂਟ ਕਰਾਂਗੇ। 4 ਨੂੰ ਅਸੀਂ 3 ਜਮਾ 1 ਲਿਖਾਂਗੇ ਤਾਂ ਸਾਡੇ ਕੋਲ ਕੀ ਆ ਗਿਆ x ਦੀ ਘਾਤ 2 ਬਰਾਬਰ 9q ਦੀ ਘਾਤ 2 ਜਮਾ 12q ਜਮਾ 3 ਜਮਾ 1। ਹੁਣ ਅੱਗੇ ਅਸੀਂ ਇਹਦੇ ਵਿੱਚੋਂ ਫੇਰ 3 ਕਾਮਨ ਕੱਢਾਂਗੇ। ਇਹ ਆ ਗਿਆ ਸਾਡੇ ਕੋਲ x ਦੀ ਘਾਤ 2 ਬਰਾਬਰ 3 ਇੱਥੇ ਆ ਗਿਆ ਸਾਡੇ ਕੋਲ q ਦੀ ਘਾਤ 2 ਇੱਥੇ ਰਹਿ ਗਿਆ 4
ਇੱਥੇ ਰਹਿ ਗਿਆ 1 ਜਮਾ 1। ਹੁਣ ਇਹਨੂੰ ਮੈਂ m3 ਦਾ ਨਾਮ ਦਊਂਗਾ ਤਾਂ ਸਾਡੇ ਕੋਲੇ ਆ ਗਿਆ x ਦੀ ਘਾਤ 2 ਬਰਾਬਰ 3m, ਪਹਿਲਾਂ m1 ਸੀ ਫਿਰ m2 m3 ਜਮਾ 1। ਨਾਲ ਤੁਸੀਂ ਲਿਖਣਾ ਵਾ ਜਿੱਥੇ m3 ਬਰਾਬਰ q ਦੀ ਘਾਤ 2 ਜਮਾ 4q ਜਮਾ 1 ਤੇ m ਕੀ ਆ ਇੱਕ ਸੰਪੂਰਨ ਸੰਖਿਆ ਹੈ। m ਇੱਕ ਸੰਪੂਰਨ ਸੰਖਿਆ ਹੈ। ਹੁਣ ਅਸੀਂ 3 ਕੇਸ ਡਿਸਕਸ ਕੀਤੇ ਸੀ। ਪਹਿਲੇ ਕੇਸ ਦੇ ਵਿੱਚ ਸਾਡੇ ਕੋਲੇ m ਦੇ ਨਾਲ 3 ਲੱਗਿਆ ਸੀ। ਦੂਸਰੇ ਜਿਹੜੇ 2 ਕੇਸਿਸ ਸੀ ਉਹਦੇ ਵਿੱਚ ਅਸੀਂ ਇਹ ਦੇਖਿਆ ਵੀ 3 ਦੇ m ਦੇ ਨਾਲ 3 ਤਾਂ ਲੱਗਾ ਪਰ ਜਮਾ ਨਾਲ ਕੀ ਉਹਦੇ 1 ਆ। ਤਾਂ ਅਸੀਂ ਲਿਖਾਂਗੇ ਉੱਪਰ ਦਿੱਤੀਆਂ ਤਿੰਨੋਂ ਸਥਿਤੀਆਂ ਤੋਂ ਉੱਪਰ ਦਿੱਤੀਆਂ ਤਿੰਨਾਂ ਸਥਿਤੀਆਂ ਤੋਂ ਤਿੰਨੋਂ ਸਥਿਤੀਆਂ ਕਿਹੜੀਆਂ ਕਿਹੜੀਆਂ ਸੀਗੀਆਂ? ਜਦੋਂ r ਦੀ ਕੀਮਤ 0 ਸੀ ਉਦੋਂ x ਦੀ ਜਿਹੜੀ ਸਾਡੇ ਕੋਲ ਕੀਮਤ ਆ ਰਹੀ ਸੀ ਉਹ 3 ਦੇ ਨਾਲ m ਮਲਟੀਪਲਾਈ ਸੀ। ਦੂਜੀਆਂ ਜਿਹੜੀਆਂ ਕੰਡੀਸ਼ਨ ਸੀ, ਕੰਡੀਸ਼ਨ ਨੰਬਰ 2 ਤੇ 3 ਉਹਦੇ ਵਿੱਚ 3m ਦੇ ਨਾਲ ਜਮਾ 1 ਲਿਖਿਆ ਆ ਰਿਹਾ ਵਾ। ਤਾਂ ਉੱਪਰ ਦਿੱਤੀਆਂ ਤਿੰਨਾਂ ਸਥਿਤੀਆਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਕੀ ਕਹਿ ਸਕਦੇ ਹਾਂ? ਕਿਸੇ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਸੇ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਹਦੇ ਬਰਾਬਰ ਹੁੰਦਾ? ਕਿਸੇ ਸੰਪੂਰਨ ਸੰਖਿਆ m, ਕਿਸੇ ਸੰਪੂਰਨ ਸੰਖਿਆ m ਦੇ ਲਈ ਤਿੰਨ m ਜਾਂ 3m ਜਮਾ 1 ਦੇ ਰੂਪ ਵਿੱਚ ਹੁੰਦਾ ਹੈ। ਇਹੀ ਅਸੀਂ ਪ੍ਰੂਫ ਕਰਨਾ ਸੀ। ਅਸੀਂ 3 ਸਥਿਤੀਆਂ ਫਾਈਂਡ ਕੀਤੀਆਂ ਜਦੋਂ r ਦੀ ਕੀਮਤ 0 ਸੀ, 1 ਸੀ ਤੇ 2 ਸੀ। ਉੱਪਰ ਦਿੱਤੀਆਂ ਤਿੰਨਾਂ ਸਥਿਤੀਆਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਧਨਾਤਮਕ ਸੰਪੂਰਨ ਸੰਖਿਆ ਦਾ ਵਰਗ ਕਿਸੇ ਸੰਪੂਰਨ ਸੰਖਿਆ m ਦੇ ਲਈ 3m ਜਾਂ 3m ਜਮਾ 1 ਦੇ ਰੂਪ ਵਿੱਚ ਹੁੰਦਾ ਹੈ। ਇਹੀ ਅਸੀਂ ਪ੍ਰੂਫ ਕਰਨਾ ਸੀ।